हाँ जी, सत श्री अकाल प्यारे स्टूडेंट्स। अपने कोल 5वीं जमात सबजैक्ट इंग्लिश लैसन नंबर 8 अ ग्लिम्स फ्रॉम हिस्टरी आपां ये लैसन पढ़ रहे सी। लैसन दे आपां सारे पैरे पढ़ लए हैं। उस तो बाद अपने कोल एक्सरसाइज शुरू हुंदी है। लैसन च एक्सरसाइज सारे नालों पहला आपां दित्ते है क्वेश्चन आंसर। ठीक है, अपने कोल पहला क्वेश्चन है विच वाज नॉट एन ऑर्डीनरी ईयर। किहड़ा साल सधारण साल नहीं सी। तो आप इहदा आऊगा उत्तर द ईयर 1857 वाज नॉट एन ऑर्डीनरी ईयर। साल 1857 एक सधारण साल नहीं सी। नैक्सट क्वेश्चन अपने को हैगा सैकेंड क्वेश्चन हू वाज एंग्री विद द ब्रिटिश रूल। ब्रिटिश रूल हुंदा गा अपने को अंग्रेजी शासन या अंग्रेजी राज, अंग्रेज़ां दा राज। अंग्रेज़ां दे राज तो कौन गुस्से सी। तो इहदा उत्तर आऊगा द पीपल ऑफ इंडिया वर एंग्री विद द ब्रिटिश रूल। ਭਾਰਤ ਦੇ ਲੋਕ, ਇੰਡੀਆ ਦੇ ਲੋਕ ਵਰ ਐਂਗਰੀ ਵਿਦ ਦਾ ਬ੍ਰਿਟਿਸ਼ ਰੂਲ ਤੋਂ ਗੁੱਸੇ ਸਨ। ਆਪਾਂ ਲੈਸਨ ਦੇ ਵਿੱਚ ਇਹ ਲਾਈਨ ਪੜ੍ਹੀ ਆ। ਥਰਡ ਕੁਐਸਚਨ ਆਪਣੇ ਕੋਲੇ ਵਟ ਡਿਡ ਦਾ ਪੀਪਲ ਆਫ ਇੰਡੀਆ ਵਾਂਟ। ਇੰਡੀਆ ਜਾਂ ਭਾਰਤ ਦੇ ਲੋਕ ਕੀ ਚਾਹੁੰਦੇ ਸਨ। ਇਹਦਾ ਉੱਤਰ ਹੈ ਦ ਪੀਪਲ ਆਫ ਇੰਡੀਆ ਵਾਂਟਡ ਇੰਡੀਪੈਂਡੈਂਸ ਫਰੋਮ ਦ ਬ੍ਰਿਟਿਸ਼ ਰੂਲ। ਜਿਹੜੇ ਭਾਰਤ ਦੇ ਲੋਕ ਸਨ ਉਹ ਅੰਗਰੇਜ਼ਾਂ ਦੇ ਰਾਜ ਤੋਂ ਆਜ਼ਾਦੀ ਚਾਹੁੰਦੇ ਸਨ। ਚੌਥਾ ਪ੍ਰਸ਼ਨ ਆਪਣੇ ਕੋਲੇ ਵੇਅਰ ਵਾਜ ਸਤਿਗੁਰੂ ਸ਼੍ਰੀ ਰਾਮ ਸਿੰਘ ਜੀ ਬੋਰਨ। ਸਤਿਗੁਰੂ ਸ਼੍ਰੀ ਰਾਮ ਸਿੰਘ ਜੀ ਕਿੱਥੇ ਜਨਮੇ ਸਨ। ਅਤੇ ਇਹਦਾ ਉੱਤਰ ਹੈਗਾ ਆਪਣੇ ਕੋਲ ਸਤਿਗੁਰੂ ਸ਼੍ਰੀ ਰਾਮ ਸਿੰਘ ਜੀ ਬੋਰਨ ਐਟ ਭੈਣੀ ਸਾਹਿਬ ਪੰਜਾਬ। ਕਿੱਥੇ ਜਨਮ ਹੋਇਆ ਸੀ ਉਹਨਾਂ ਦਾ। ਭੈਣੀ ਸਾਹਿਬ ਪੰਜਾਬ ਦੇ ਵਿੱਚ। ਅਗਲਾ ਕੁਐਸਚਨ ਆਪਣੇ ਕੋਲ ਪੰਜਵਾਂ ਕੁਐਸਚਨ ਆ ਹੂ ਵਾਜ ਦਾ ਇੰਚਾਰਜ ਆਫ ਦਾ ਟਾਊਨ। ਸ਼ਹਿਰ ਦਾ ਇੰਚਾਰਜ ਕੌਣ ਸੀ। ਇੱਥੇ ਕਿਹੜੇ ਸ਼ਹਿਰ ਦੀ ਗੱਲ ਕੀਤੀ ਗਈ ਆ ਆਪਣੇ ਕੋਲ ਇਸ ਪਾਠ ਦੇ ਵਿੱਚ ਮਲੇਰਕੋਟਲਾ। ਮਲੇਰਕੋਟਲਾ ਜਿਹੜਾ ਸ਼ਹਿਰ ਸੀ ਉਸ ਦਾ ਇੰਚਾਰਜ ਕੌਣ ਸੀ। ਬ੍ਰਿਟਿਸ਼ ਅਫਸਰ ਕਿਹੜਾ ਸੀਗਾ ਮਿਸਟਰ ਕਾਊਨ। ਅਤੇ ਇਹਦਾ ਆਨਸਰ ਆਪਾਂ ਨੂੰ ਦਿੱਤਾ ਹੈਗਾ ਮਿਸਟਰ ਕਾਊਨ ਵਾਜ਼ ਇੰਚਾਰਜ ਆਫ ਦਾ ਟਾਊਨ। ਨੈਕਸਟ ਕੁਐਸਚਨ ਆਪਣੇ ਕੋਲ 6th ਕੁਐਸਚਨ ਹੂ ਸੈਕਰੀਫਾਈਸਡ ਦੇਅਰ ਲਾਈਵਸ ਐਂਡ ਵਾਈ। ਕਿਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਅਤੇ ਕਿਉਂ। ਦ ਕੂਕਾ ਸਿੱਖਸ ਸੈਕਰੀਫਾਈਸਡ ਦੇਅਰ ਲਾਈਵਸ। ਕੂਕਾ ਸਿੱਖਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਫੋਰ ਦ ਸੇਕ ਆਫ ਦ ਫਰੀਡਮ ਆਫ ਦੇਅਰ ਮਦਰਲੈਂਡ। ਆਪਣੀ ਮਾਤ ਭੂਮੀ ਦੀ ਆਜ਼ਾਦੀ ਲਈ ਉਹਨਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਅੱਗੇ ਆਪਣੇ ਕੋਲ ਕੁਝ ਵਰਡਸ ਦਿੱਤੇ ਆ ਜਿਨ੍ਹਾਂ ਦੇ ਆਪਾਂ ਕੀ ਬਣਾਉਣੇ ਹੈਗੇ ਆ ਸੈਂਟੈਂਸ। ਪਹਿਲਾ ਵਰਡ ਆ ਆਪਣੇ ਕੋਲੇ ਪਹਿਲਾ ਵਰਡ ਹੈਗਾ ਆਪਣੇ ਕੋਲੇ ਹਿਸਟਰੀ। ਹਿਸਟਰੀ ਦਾ ਮਤਲਬ ਹੁੰਦਾ ਇਤਿਹਾਸ। ਆਵਰ ਕੰਟਰੀ ਹੈਜ਼ ਏ ਰਿਚ ਹਿਸਟਰੀ। ਸਾਡੇ ਦੇਸ਼ ਦਾ ਇਤਿਹਾਸ ਬਹੁਤ ਅਮੀਰ ਹੈ। ਸੈਕਿੰਡ ਆਫਿਸਰ ਦਾ ਮਤਲਬ ਹੁੰਦਾ ਅਫਸਰ। ਮਾਈ ਐਲਡਰ ਬ੍ਰਦਰ ਇਜ਼ ਐਨ ਆਫਿਸਰ। ਮੇਰਾ ਵੱਡਾ ਭਰਾ ਇੱਕ ਅਫਸਰ ਹੈ। ਥਰਡ ਰੂਲਰਸ ਹੁੰਦਾ ਗਾ ਸ਼ਾਸਕ। ਦ ਬ੍ਰਿਟਿਸ਼ ਵਰ ਕਰੂਲ ਰੂਲਰਸ। ਅੰਗਰੇਜ਼
बहुत ही जालम शासक सन, क्योंकि ਉਹ ਲੋਕਾਂ 'ਤੇ ਜ਼ੁਲਮ ਕਰਦੇ ਸੀਗੇ। फोर्थ फ्रीडम। फ्रीडम ਦਾ ਮਤਲਬ ਹੁੰਦਾ ਗਾ ਆਜ਼ਾਦੀ। ਐਵਰੀਬਡੀ ਲਵਜ਼ फ्रीडम। ਹਰ ਕੋਈ ਆਜ਼ਾਦੀ ਚਾਹੁੰਦਾ ਹੈ ਜਾਂ ਆਜ਼ਾਦੀ ਨੂੰ ਪਿਆਰ ਕਰਦਾ ਹੈ। ਪਾਵਰਫੁਲ। ਪਾਵਰਫੁਲ ਹੁੰਦਾ ਤਾਕਤਵਰ, ਜਿਹਦੇ ਵਿੱਚ ਜ਼ਿਆਦਾ ਤਾਕਤ ਹੋਵੇ। ਅਕਬਰ ਵਾਜ਼ ਏ ਪਾਵਰਫੁਲ ਕਿੰਗ। ਅਕਬਰ ਇੱਕ ਤਾਕਤਵਰ ਰਾਜਾ ਸੀ। ਕਿਉਂਕਿ ਉਹ ਸਾਰੇ ਭਾਰਤ ਦੇ ਉੱਤੇ ਰਾਜ ਕਰਦਾ ਸੀ, ਉਹਦਾ ਰਾਜ ਬਹੁਤ ਵੱਡਾ ਸੀ। ਛੇਵਾਂ ਹੈਗਾ ਆਪਣੇ ਕੋਲੇ ਨੇਸ਼ਨ। ਨੇਸ਼ਨ ਹੁੰਦਾ ਰਾਸ਼ਟਰ ਜਾਂ ਦੇਸ਼। ਵੀ ਲਵ ਆਵਰ ਨੇਸ਼ਨ। ਅਸੀਂ ਆਪਣੇ ਦੇਸ਼ ਨੂੰ ਪਿਆਰ ਕਰਦੇ ਹਾਂ। ਨੈਕਸਟ ਆਪਣੇ ਕੋਲ ਆ ਜਾਂਦੇ ਆ ਟਰੂ ਫਾਲਸ। ਟਰੂ ਫਾਲਸ ਦੇ ਵਿੱਚ ਆਪਣੇ ਕੋਲ ਪਹਿਲਾ ਹੈਗਾ ਪਹਿਲਾ ਹੈ 1857 was not ordinary year। 1857 was not an ordinary year। ਆਪਾਂ ਲੈਸਨ ਦੇ ਵਿੱਚ ਕੀ ਪੜ੍ਹਿਆ ਸੀਗਾ ਵੀ 1857 was not an ordinary year। ਤਾਂ ਇਹ ਲਾਈਨ ਸਹੀ ਲਿਖੀ ਹੋਈ ਹੈ, ਤਾਂ ਇਸੇ ਕਰਕੇ ਆਪਾਂ ਪਹਿਲੇ ਨੂੰ ਸਹੀ ਲਿਖਾਂਗੇ। ਅੱਗੇ ਦੂਜੀ ਹੈਗੀ ਹੈ ਬੀ। ਦ ਬ੍ਰਿਟਿਸ਼ ਗਵਰਨਮੈਂਟ ਵਾਜ਼ ਨਾਟ ਵੈਰੀ ਪਾਵਰਫੁਲ। ਲੈਸਨ 'ਚ ਆਪਾਂ ਕੀ ਪੜ੍ਹਿਆ ਦ ਬ੍ਰਿਟਿਸ਼ ਗਵਰਨਮੈਂਟ ਵਾਜ਼ ਵੈਰੀ ਪਾਵਰਫੁਲ। ਉੱਥੇ ਨੋਟ ਨਹੀਂ ਲਿਖਿਆ ਸੀ, ਹੈ ਨਾ, ਤਾਂ ਯਾਨੀ ਇਹਨਾਂ ਨੇ ਇੱਥੇ ਗਲਤ ਲਿਖਿਆ, ਤਾਂ ਆਪਾਂ ਇੱਥੇ ਰੋਂਗ ਦਾ ਨਿਸ਼ਾਨ ਲਾਵਾਂਗੇ। 66 ਕੂਕਾ 6 ਸਰੈਂਡਰਡ ਦੈਮਸੈਲਵਸ। ਬਿਲਕੁਲ ਸਹੀ ਆ, ਠੀਕ ਆ, ਆਪਾਂ ਲੈਸਨ 'ਚ ਇਹੀ ਪੜ੍ਹਿਆ ਸੀ। ਮਿਸਟਰ ਕਾਊਨ ਵਾਜ਼ ਐਨ ਇੰਡੀਅਨ ਆਫਿਸਰ। ਉਹ ਇੰਡੀਅਨ ਆਫਿਸਰ ਸੀ ਮਿਸਟਰ ਕਾਊਨ ਕਿ ਬ੍ਰਿਟਿਸ਼ ਆਫਿਸਰ ਸੀ, ਤਾਂ ਇਹਨਾਂ ਨੇ ਇੱਥੇ ਇੰਡੀਅਨ ਲਿਖਿਆ, ਤਾਂ ਇਹਦਾ ਮਤਲਬ ਇਹ ਗਲਤ ਲਿਖਿਆ। ਵਰਿਆਮ ਸਿੰਘ ਕਲੈਕਟਡ ਸਮ ਸਟੋਨਸ ਪੈਬਲਸ ਸਟੂਡ ਐਂਡ ਅਪੋਨ ਦੈਮ ਚੈਲੰਜ ਦਾ ਬ੍ਰਿਟਿਸ਼ਰਸ ਟੂ ਫਾਇਰ। ਵਰਿਆਮ ਸਿੰਘ ਨੇ ਕੀ ਕੀਤਾ ਸੀਗਾ, ਕੁਝ ਪੈਬਲਸ ਇਕੱਠੇ ਕੀਤੇ ਸੀ, ਉਹਨਾਂ ਉੱਤੇ ਖੜ੍ਹੇ ਹੋ ਕੇ ਅਤੇ ਬ੍ਰਿਟਿਸ਼ਰਸ ਨੂੰ ਚੈਲੰਜ ਕੀਤਾ ਸੀ ਕਿ ਉਹ ਹੁਣ ਤੋਪ ਚਲਾਉਣ। ਸਹੀ ਸੀ ਕਿ ਗਲਤ? ਬਿਲਕੁਲ ਸਹੀ, ਤਾਂ ਇਹ ਟਰੂ ਸੀ, ਠੀਕ ਹੈ, ਤਾਂ ਇਸ ਨੂੰ ਆਪਾਂ ਸਹੀ ਦਾ ਨਿਸ਼ਾਨ ਲਗਾ ਦਿੱਤਾ। ਅੱਗੇ ਆਪਣੇ ਕੋਲ ਆ ਜਾਂਦਾ ਹੈਗਾ ਕੁਝ ਇੱਥੇ ਫੈਸਟੀਵਲਸ ਦੇ ਨੇਮ ਦਿੱਤੇ ਹੈਗੇ ਆ ਫੈਸਟੀਵਲਸ ਦੇ ਨੇਮ ਹੈਗੇ ਆ, ਤਾਂ ਆਪਾਂ ਦੇਖਣਾ ਹੈਗਾ ਕਿਹੜੇ ਫੈਸਟੀਵਲ ਹੈਗੇ ਆ ਜਿਹੜੇ ਰਿਲੀਜਨ ਨਾਲ, ਰਿਲੀਜਨ ਦਾ ਮਤਲਬ ਹੁੰਦਾ ਰਿਲੀਜੀਅਸ, ਰਿਲੀਜੀਅਸ ਦਾ ਮਤਲਬ ਹੁੰਦਾ ਧਰਮ ਨਾਲ ਜੁੜੇ ਹੋਏ ਆ। ਨੈਸ਼ਨ ਦਾ ਮਤਲਬ ਹੁੰਦਾ ਹੈਗਾ ਜਿਹੜੇ ਸਾਰੇ ਦੇਸ਼ ਦੇ ਵਿੱਚ ਮਨਾਏ ਜਾਂਦੇ ਹੈਗੇ ਆ, ਠੀਕ ਹੈ। ਤਾਂ ਆਪਣੇ ਕੋਲ ਪਹਿਲਾਂ ਕਿਹੜੇ ਹੈਗੇ ਆ, ਰਿਪਬਲਿਕ ਡੇ। ਰਿਪਬਲਿਕ ਡੇ ਆਪਣੇ ਕੋਲ 26 ਜਨਵਰੀ ਨੂੰ ਆਉਂਦਾ। ਕਦੋਂ ਆਉਂਦਾ ਇਹ? 26 ਜਨਵਰੀ ਨੂੰ। ਇੰਡੀਪੈਂਡੈਂਸ ਡੇ ਇਹ ਕਦੋਂ ਆਉਂਦਾ? 15 ਅਗਸਤ ਨੂੰ। ਗਾਂਧੀ ਜਯੰਤੀ ਕਦੋਂ ਆਉਂਦੀ ਹੈ? 2 ਅਕਤੂਬਰ। ਕਦੋਂ ਆਉਂਦੀ ਹੈ? 2 ਅਕਤੂਬਰ। ਇਹ ਆਪਣੇ ਕੋਲ ਹੈਗੇ ਆ ਨੈਸ਼ਨਲ ਫੈਸਟੀਵਲ। ਰਿਪਬਲਿਕ ਡੇ 26 ਜਨਵਰੀ ਨੂੰ ਮਨਾਇਆ ਜਾਂਦਾ, ਠੀਕ ਹੈ। ਇੰਡੀਪੈਂਡੈਂਸ ਡੇ 15 ਅਗਸਤ ਨੂੰ ਅਤੇ ਗਾਂਧੀ ਜਯੰਤੀ 2 ਅਕਤੂਬਰ ਨੂੰ। ਬਾਕੀ ਆਪਣੇ ਕੋਲ ਇੱਧਰਲੇ ਪਾਸੇ ਕਿਹੜੇ ਰਹਿ ਗਏ? ਰਿਲੀਜੀਅਸ, ਜਿਹੜੇ ਧਰਮ ਨਾਲ ਰਿਲੇਟਡ ਹੈਗੇ ਆ। ਉਹਨਾਂ 'ਚੋਂ ਕਿਹੜੇ ਆ? ਇੱਕ ਤਾਂ ਹੋਲੀ, ਓਨਮ, ਦੁਸਹਿਰਾ, ਠੀਕ, ਦੀਵਾਲੀ, ਲੋਹੜੀ, ਈਦ, ਵਿਸਾਖੀ, ਰਾਖੀ ਅਤੇ ਕ੍ਰਿਸਮਸ। ਇਹ ਸਾਰੇ ਕੀ ਹੈਗੇ ਆ ਜਿਹੜੇ ਆਪਣੇ ਕੋਲ ਆਹ ਦਿੱਤੇ ਹੈਗੇ ਆ, ਇਹ ਸਾਰੇ ਹੈਗੇ ਆ ਰਿਲੀਜੀਅਸ ਫੈਸਟੀਵਲ। ਅਤੇ ਆਹ ਆਪਣੇ ਕੋਲ ਹੈਗੇ ਆ 3, ਇਹ 3 ਹੈਗੇ ਆਪਣੇ ਕੋਲ ਨੈਸ਼ਨਲ ਫੈਸਟੀਵਲ। ਅੱਗੇ ਆਪਾਂ ਨੂੰ ਵਰਡ ਮੀਨਿੰਗ ਦਿੱਤੇ ਆ, ਸਿਨੋਨੀਮਨ ਦਿੱਤੇ ਆ। ਸਿਨੋਨੀਮਨ ਦਾ ਮਤਲਬ ਹੁੰਦਾ ਹੈਗਾ, ਦੇਖੋ ਇੱਥੇ ਆਪਣੇ ਕੋਲ ਲਿਖਿਆ ਸਿਨੋਨੀਮਨ, SYNONYMS, ਸਿਨੋਨੀਮਸ।
ਸਿਨੋਨੀਮਸ ਦਾ ਮਤਲਬ ਹੁੰਦਾ ਇੱਕੋ ਜਿਹੇ, ਜਿਨ੍ਹਾਂ ਦਾ ਇੱਕੋ ਜਿਹਾ ਮਤਲਬ ਹੋਵੇ। ਆਪਣੇ ਕੋਲ ਪਹਿਲਾਂ ਦਿੱਤਾ ਡੇਲੀ। ਡੇਲੀ ਦਾ ਮਤਲਬ ਹੁੰਦਾ ਹਰ ਰੋਜ਼। ਇੱਧਰੋਂ ਆਪਣੇ ਕੋਲ ਐਵਰੀ ਡੇ, ਠੀਕ ਹੈ। ਐਵਰੀ ਡੇ ਦਾ ਮਤਲਬ ਕੀ ਹੁੰਦਾ, ਹਰ ਰੋਜ਼। ਤਾਂ ਆਪਾਂ ਡੇਲੀ ਨੂੰ ਕਿਹਦੇ ਨਾਲ ਮਿਲਾਵਾਂਗੇ, ਐਵਰੀ ਡੇ ਨਾਲ। ਫਿਰ ਆ ਜਾਂਦਾ ਇੰਪੋਰਟੈਂਟ ਦਾ ਮਤਲਬ ਹੁੰਦਾ ਗਾ ਕੋਈ ਮਹੱਤਵਪੂਰਨ, ਠੀਕ ਹੈ, ਕੰਮ। ਮਹੱਤਵਪੂਰਨ ਕਿਹੜੀ ਚੀਜ਼ ਹੁੰਦੀ ਹੈ, ਜਿਹੜੀ ਸਭ ਤੋਂ ਜ਼ਰੂਰੀ ਹੋਵੇ। ਤਾਂ ਇਹਦਾ ਮਤਲਬ ਹੁੰਦਾ ਅਸੈਂਸ਼ੀਅਲ। ਅਸੈਂਸ਼ੀਅਲ ਦਾ ਮਤਲਬ ਵੀ ਹੁੰਦਾ ਜ਼ਰੂਰੀ ਜਾਂ ਮਹੱਤਵਪੂਰਨ। ਥਰਡ ਆਪਣੇ ਕੋਲ ਹੈਗਾ ਗਾ ਸਿੰਬਲ ਦਾ ਮਤਲਬ ਨਿਸ਼ਾਨ ਜਾਂ ਸੰਕੇਤ। ਇਹਦਾ ਮਤਲਬ ਸਾਈਨ, ਠੀਕ ਹੈ। ਸਾਈਨ ਦਾ ਮਤਲਬ ਵੀ ਸਿੰਬਲ, ਨਿਸ਼ਾਨ, ਸੰਕੇਤ ਹੁੰਦਾ, ਅਤੇ ਸਿੰਬਲ ਦਾ ਵੀ। ਚੌਥਾ ਹੈਗਾ ਆਪਣੇ ਕੋਲ ਗੈਟ ਦਾ ਮਤਲਬ ਹੁੰਦਾ ਪ੍ਰਾਪਤ ਕਰਨਾ। ਤਾਂ ਇਹਦਾ ਕੀ ਆ ਜਾਊਗਾ ਆਪਣੇ ਕੋਲ ਓਬਟੇਨ ਦਾ ਮਤਲਬ ਵੀ ਹੁੰਦਾ ਗਾ ਕੋਈ ਚੀਜ਼ ਬਣਾਈ ਜਾਂ ਆਪਾਂ ਪ੍ਰਾਪਤ ਕੀਤੀ ਆ, ਠੀਕ ਹੈ। ਅੱਗੇ ਹੈਗਾ ਹਾਈਡ ਦਾ ਮਤਲਬ ਲੁਕਾਉਣਾ, ਕਿਸੇ ਚੀਜ਼ ਨੂੰ ਲੁਕਾਉਣਾ। ਅਤੇ ਇਹਦਾ ਮਤਲਬ ਆ ਜਾਊਗਾ ਕੰਸੀਲ ਦਾ ਮਤਲਬ ਵੀ ਕਿਸੇ ਚੀਜ਼ ਨੂੰ ਛੁਪਾਉਣਾ ਹੁੰਦਾ ਗਾ ਜਾਂ ਕਿਸੇ ਚੀਜ਼ ਨੂੰ ਬੰਦ ਕਰਨਾ ਹੁੰਦਾ। ਅੱਗੇ ਹੈਗਾ ਈਰੈਲੇਵੈਂਟ ਦਾ ਮਤਲਬ ਹੁੰਦਾ ਜਿਹੜੀ ਚੀਜ਼ ਢੁੱਕਵੀਂ ਨਹੀਂ, ਠੀਕ ਹੈ। ਹੁਣ ਜੇ ਮੰਨ ਲਓ ਆਪਾਂ ਇਹ ਅੰਗਰੇਜ਼ੀ ਦਾ ਅ ਗਲਿੰਪਸ ਫਰੋਮ ਹਿਸਟਰੀ ਪੜ੍ਹੀ ਜਾਂਦੇ ਹਾਂ, ਅਤੇ ਇਹਦੇ ਵਿੱਚ ਆਪਾਂ ਕੀ ਆ ਖੇਡਾਂ ਬਾਰੇ ਪੜ੍ਹਨ ਲੱਗ ਜਾਈਏ, ਤਾਂ ਉਹ ਈਰੈਲੇਵੈਂਟ ਆ, ਠੀਕ। ਤਾਂ ਉਹ ਇਹਦੇ ਨਾਲ ਨਹੀਂ ਜੁੜਦੀ, ਉਹ ਚੀਜ਼ ਜਿਹੜੀ ਕੀ ਆ ਬੇਕਾਰ ਆ ਆਪਣੇ ਵਾਸਤੇ, ਠੀਕ। ਤਾਂ ਈਰੈਲੇਵੈਂਟ ਦਾ ਮਤਲਬ ਹੁੰਦਾ ਗਾ ਯੂਜ਼ਲੈਸ ਦਾ ਮਤਲਬ ਹੁੰਦਾ ਗਾ ਜਿਹੜੀ ਵਰਤੋਂ ਵਿੱਚ ਨਹੀਂ ਆਉਂਦੀ। ਯੂਜ਼ ਦਾ ਮਤਲਬ ਵਰਤਣਾ, ਲੈਸ ਦਾ ਮਤਲਬ ਨਹੀਂ। ਯੂਜ਼ਲੈਸ ਜਿਹੜੀ ਵਰਤੋਂ ਵਿੱਚ ਨਹੀਂ ਹੈ। ਈਰੈਲੇਵੈਂਟ ਬੇਕਾਰ ਆ, ਯੂਜ਼ਲੈਸ ਦਾ ਮਤਲਬ ਵੀ ਜਿਹੜੀ ਵਰਤੋਂ ਵਿੱਚ ਨਹੀਂ। ਤਾਂ ਦੋਵਾਂ ਦਾ ਇੱਕੋ ਹੀ ਮਤਲਬ ਹੋ ਗਿਆ। ਅੱਗੇ ਆਪਣੇ ਕੋਲ ਦਿੱਤੇ ਹੈਗੇ ਆ ਮੈਚ ਦਾ ਐਂਟੋਨੀਮਸ। ਹੁਣ ਇੱਥੇ ਕੀ ਆਪਣੇ ਕੋਲ ਦਿੱਤੇ ਹੈਗੇ ਆ, ਅੱਗੇ ਸਿਨੋਨੀਮਸ ਸੀਗੇ, ਅਤੇ ਹੁਣ ਆਪਣੇ ਕੋਲ ਕੀ ਦਿੱਤੇ ਹੈਗੇ ਆ ਐਂਟੋਨੀਮਸ ਕੀ ਹੁੰਦੇ ਆ, ਐਂਟੋਨੀਮਸ ਹੁੰਦੇ ਆ ਉਲਟ, ਠੀਕ। ਹੁਣ ਦੇਖੋ ਜਿਵੇਂ ਆਪਣੇ ਕੋਲ ਪਹਿਲਾਂ ਦਿੱਤਾ ਹੈਗਾ ਆਰਡੀਨਰੀ ਹੁੰਦਾ ਗਾ ਸਧਾਰਨ। ਇਹਦਾ ਉਲਟ ਕੀ ਆਊਗਾ, ਮਹੱਤਵਪੂਰਨ, ਠੀਕ ਹੈ। ਤਾਂ ਉਹਦਾ ਕੀ ਆ ਗਿਆ, ਸਪੈਸ਼ਲ। ਦੂਜਾ ਆਪਣੇ ਕੋਲ ਦਿੱਤਾ ਹੈਗਾ ਡਿਸਕਰੇਜ ਦਾ ਮਤਲਬ ਹੌਸਲਾ ਤੋੜਨਾ, ਠੀਕ। ਅਤੇ ਐਨਕਰੇਜ ਦਾ ਮਤਲਬ ਹੁੰਦਾ ਹੌਸਲਾ ਵਧਾਉਣਾ। ਅੱਗੇ ਤੀਜਾ ਹੈਗਾ ਆਪਣੇ ਕੋਲ ਕੰਪਲੀਟ ਦਾ ਮਤਲਬ ਹੁੰਦਾ ਗਾ ਪੂਰਾ, ਠੀਕ ਹੈ। ਪੂਰਾ ਕੀ ਹੁੰਦਾ ਗਾ, ਜਦੋਂ ਆਪਾਂ ਕਿਸੇ ਕੰਮ ਨੂੰ ਪੂਰਾ ਕਰਦੇ ਆਪਾਂ ਕਹਿੰਦੇ ਕੰਪਲੀਟ ਹੋ ਗਿਆ ਇਹ। ਇਹਦਾ ਆ ਜਾਊਗਾ ਇਨਕੰਪਲੀਟ। ਇਸੇ ਤਰ੍ਹਾਂ ਸਟਾਰਟ ਦਾ ਮਤਲਬ ਹੁੰਦਾ ਗਾ ਸ਼ੁਰੂ ਹੋਣਾ। ਫਿਨਿਸ਼ ਦਾ ਮਤਲਬ ਹੁੰਦਾ ਖ਼ਤਮ ਕਰਨਾ। ਪ੍ਰੈਜੈਂਟ ਦਾ ਮਤਲਬ ਹੁਣ ਵਾਲਾ ਸਮਾਂ, ਠੀਕ ਹੈ। ਅਤੇ ਇੱਕ ਆ ਜਾਊਗਾ ਜਾਂ ਪ੍ਰੈਜੈਂਟ ਦਾ ਮਤਲਬ ਹੁਣ ਵਾਲਾ ਸਮਾਂ, ਜਾਂ ਜਿਹੜਾ ਹੁਣ ਆਪਣੇ ਕੋਲ ਹੈਗਾ, ਅਤੇ ਜਿਹੜਾ ਨਹੀਂ ਹੈ ਉਹਨੂੰ ਆਪਾਂ ਐਬਸੈਂਟ ਕਹਿ ਦਿੰਦੇ ਹਾਂ, ਠੀਕ। ਹੈਪੀ ਦਾ ਕੀ ਆ ਜਾਂਦਾ ਹੁੰਦਾ ਆਪਣੇ ਕੋਲ, ਅਨਹੈਪੀ। ਹਾਂਜੀ ਪਿਆਰੇ ਵਿਦਿਆਰਥੀਓ, ਤੁਸੀਂ ਇੰਨੀ ਕੁ ਜਿਹੜਾ ਹੈਗਾ ਇਹਦੀ ਲੈਸਨ ਦੀ ਐਕਸਰਸਾਈਜ਼ ਜ਼ਰੂਰ ਕਰਨੀ ਹੈ ਆਪਦੀਆਂ ਕਿਤਾਬਾਂ 'ਤੇ ਅਤੇ ਕਾਪੀਆਂ 'ਤੇ।